ਉਹ ਤੁਹਾਡਾ ਉਸਤਾਦ ਤੁਹਾਨੂੰ ਇੰਗਲੈਂਡ ਲੈ ਕੇ ਚੱਲਿਆ। ਸਾਡੀ ਤਾਂ ਕੋਸ਼ਿਸ਼ ਇਹੀ ਹੈ ਜੀ ਕਿ ਲੱਤ ਜ਼ੋਰ ਦੀ ਮਾਰੀਏ ਔਰ ਸੋਲਿਡ ਤਰੀਕੇ ਨਾਲ ਲੱਤ ਵਜੇ ਔਰ ਵਧੀਆ ਤਰੀਕੇ ਦੀ ਲੋਕਾਂ ਦੀ ਐਕਸਾਈਟਮੈਂਟ ਲੈਵਲ ਆ ਜਿਹੜਾ ਉਹ ਅਸੀਂ ਅਪ ਕਰ ਸਕੀਏ। ਪਿੰਡ ਪਿੰਡ ਮੁੰਡਿਆ ਕਰਾ ਦੋ ਮਿਹਨਤੀ ਜੱਟ ਕੋਲੇ ਮਾਇਆ ਏ ਬੜੀ। ਅਸੀਂ ਉਹ ਸਟਰਗਲ ਦੇਖਿਆ ਜਿਹੜਾ ਸਦੀਕ ਸਾਹਿਬ ਨੇ ਕੀਤਾ ਸੀ, ਮਾਣਕ ਸਾਹਿਬ ਨੇ ਕੀਤਾ ਸੀ। ਦੋ ਗਾਣੇ ਜਦੋਂ ਗਾਣੇ ਸੀਗੇ ਤਾਂ ਤੁਸੀਂ ਇੱਕ ਜੋੜੀ ਲੱਭ ਰਹੇ ਹੁੰਦੇ ਉੱਦਾਂ ਦੀ, ਤਾਂ ਤੁਹਾਨੂੰ ਉਹ ਸਟਰਗਲ ਯਾਦ ਕਰਵਾਉਣ ਦੇ ਲਈ ਲੋਕਾਂ ਨੂੰ ਕਿਹਦੇ ਨਾਲ ਰਾਬਤਾ ਕਾਇਮ ਕਰਨਾ ਪਿਆ, ਨੀਰੂ ਮੈਮ ਨੂੰ ਤੇ ਤੁਹਾਨੂੰ? ਉਦੋਂ ਜਿਹੜੇ ਪੰਜਾਬੀ ਸਿੰਗਰ ਦੇਖਦੇ ਸੀ ਉਹਨਾਂ ਦੇ ਵਾਲ ਸੀਗੇ ਇੱਦਾਂ ਹੈ ਨਾ, ਸੋ ਲੰਬੇ ਲੰਬੇ। ਅਸੀਂ ਮੈਨੂੰ ਯਾਦ ਆ ਸੀ ਗੁਰਦਾਸ ਮਾਨ ਸਾਹਿਬ ਦੀਆਂ ਫੋਟੋਆਂ, ਸਰਦੂਲ ਭਾਜੀ ਨੇ ਫੋਨ ਕੀਤਾ, ਮੈਂ ਸਰਦੂਲ ਭਾਈ ਨੂੰ ਮੈਂ ਕਿਹਾ ਜੀ ਮੈਨੂੰ ਫੋਟੋਆਂ ਚਾਹੀਦੀਆਂ ਨੇ, ਤੇ ਉਹਨਾਂ ਦੀਆਂ ਫੋਟੋਆਂ ਪੁਰਾਣੀਆਂ ਮੰਗਾਈਆਂ। ਮਨਮੋਹਨ ਵਾਰਸ ਜੀ ਦੀਆਂ ਫੋਟੋਆਂ ਉਹਨਾਂ ਦੀਆਂ ਵੀ ਦੇਖੀਆਂ। ਸੋ ਸਾਰਿਆਂ ਦਾ ਇੱਕ ਪੈਟਰਨ ਸੀ ਇਹ ਵਾਲਾਂ ਵਾਲਾ। ਤੀਆਂ ਦਾ ਜ਼ਮਾਨਾ 21ਵੀਂ ਸਦੀ 21ਵਾਂ ਸਨ ਹੈ, ਪਰ ਫਿਰ ਵੀ ਕਿਵੇਂ ਸੁਮੇਲ ਬਣਾਇਆ ਕਿ ਕੀ ਤੁਹਾਨੂੰ ਲੱਗਿਆ ਸੀ ਕਿ ਇਹ ਚੀਜ਼ ਇੰਪੋਸੀਬਲ ਹੈ, ਫਿਰ ਵੀ ਬਹੁਤ ਸੋਹਣੀ ਉੱਭਰ ਕੇ ਬਾਹਰ ਆਈ? ਮਾਇਆ ਫਿਲਮਾਂ ਦੇਖਣੀਆਂ ਮੈਂ VCR ਮੰਗਾ ਦੇਵੇ ਹੁਣ ਮਿੱਠੀਏ ਐਤਕੀ ਕੂਲਰ ਆਉਣਾ VCR ਅਗਲੀ ਵਾਰੀ ਤੇ। क्योंकि सारे दिन ही रिसर्च हो चुकी सी, आर्ट डिपार्टमेंट, डायरेक्शन, कपड़े, ऑब्वियसली नी नॉलेज है गिप्पी जी नू, गुग्गी जी भी सीगे ने सीनियर आर्टिस्ट ने, एंड ऑब्वियसली दादू। सो नहीं आई थिंक मतलब ये मेरे मन च कभी ख्याल नहीं आया कि इट्स इम्पॉसिबल। ਆਮ ਲੋਕਾਂ 'ਚ ਕੀ ਗੱਲਾਂ ਹੁੰਦੀਆਂ ਨੇ, ਉਹ ਕਹਿੰਦੇ ਨੇ ਕਿ ਦਿਲਜੀਤ ਤੇ ਗਿੱਪੀ ਦਾ ਕੋਈ ਸੀਨ ਚੱਲ ਰਿਹਾ, ਪਰ ਸ਼ਿੰਦੇ ਨੇ ਹੁਣ ਦਿਲਜੀਤ ਨਾਲ ਕੰਮ ਕਰਕੇ ਤੇ ਦਿਲਜੀਤ ਨੇ ਇਹ ਕਮੈਂਟ ਕਰਕੇ ਕਿ ਸ਼ਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ 'ਚ ਰਾਜ ਕਰਨ ਵਾਲਾ, ਤਾਂ ਇਹ ਸ਼ਾਇਦ ਕੰਟਰੋਵਰਸੀਜ਼ ਕਿਤੇ ਨਾ ਕਿਤੇ ਕਲੀਅਰ ਕਰ। ਭਾਜੀ ਗਰੀਬੀ ਇਸ ਮੁਲਕ 'ਚ ਵੀ ਵਾਹਵਾ ਹੀ ਲੱਗਦੀ ਹੈ ਜੀ। ਇੱਥੇ ਜਿੱਦਾਂ ਜਿੱਦਾਂ ਅਮੀਰ ਹੁੰਦੇ ਜਾਂਦੇ ਆ, ਕੱਪੜੇ ਇਹਨਾਂ ਦੇ ਛੋਟੇ ਹੁੰਦੇ ਜਾਂਦੇ ਆ, ਫਿਰ ਥੋੜੇ ਜਿਹੇ ਹੋਰ ਅਮੀਰ ਹੋ ਜਾਂਦੇ, ਗਰੀਬਾਂ ਦਾ ਭਲਾ ਹੋ ਜਾਣਾ ਹੈ। ਆਪਸ ਦੇ ਵਿੱਚ ਆਰਟਿਸਟ ਦੀ ਮੈਂ ਹੁਣ ਵੀ ਕਹਿਣਾ, ਜਿਹੜੇ ਹੋਰ ਕਈ ਆਰਟਿਸਟ ਇੱਥੇ ਆਲੇ ਦੁਆਲੇ ਜਿਨ੍ਹਾਂ ਦੀਆਂ ਆਪਾਂ ਕੰਟਰੋਵਰਸੀ ਸੁਣਦੇ ਆ, ਉਹਨਾਂ ਦੀਆਂ ਆਪਣੀਆਂ ਕੰਟਰੋਵਰਸੀ ਕੋਈ ਨਹੀਂ ਹੁੰਦੀਆਂ ਹੈਗੀਆਂ, ਇਹ ਬਣਾ ਦਿੱਤੀ। ਹਾਂ ਐਤਕੀ ਕੂਲਰ ਆਉਣਾ VCR ਅਗਲੀ ਵਾਰੀ ਤੇ। ਸੋਸ਼ਲ ਮੀਡੀਆ ਵਾਲੇ ਦੌਰ ਤੋਂ ਦੁਖੀ ਹੋ? ਬਹੁਤ, ਮੈਂ ਤਾਂ ਬਹੁਤ ਹਾਂ, ਮੈਂ ਤਾਂ ਦੁਖੀ ਹਾਂ, ਕਿਉਂਕਿ ਰੀਜ਼ਨ ਕੀ ਹੈ, ਕਈ ਵਾਰੀ ਦੇਰ ਇਜ਼ ਨਥਿੰਗ, ਚੀਜ਼ ਕੁਝ ਵੀ ਨਹੀਂ ਹੁੰਦੀ। ਸੋ ਬਹੁਤ ਰਿਸਪੈਕਟਫੁਲ ਆਰਟਿਸਟ ਹੁੰਦੇ ਨੇ। ਕਿਉਂ ਨਹੀਂ ਰੌਲਾ ਪਾ ਰਿਹਾ ਤੂੰ? ਹੈ ਲੋਕੀ ਦੇਖਦੇ ਪਏ ਨੇ ਤੈਨੂੰ, ਹੈ ਅੱਜ ਕਿਉਂ ਨਹੀਂ ਬੋਲਦਾ? ਆਪਣੇ ਘਰ 'ਚ ਹੁਣ ਤੁਹਾਡਾ ਇੱਕ ਬੜਾ ਤਗੜਾ ਕੰਪੀਟੀਟਰ ਹੈ। ਉਹਨੇ ਦੇਖੋ ਸ਼ੌਕੀਆ ਫਿਲਮ ਕੀਤੀ ਆ, ਉਹ ਵੈਸੇ ਐਕਟਿਵ ਆ, ਉਹਦਾ ਹਾਲੇ ਕੋਈ ਫੋਕਸ ਨਹੀਂ ਹੈ ਕਿ ਮੈਂ ਐਕਟਰ ਬਣਨਾ ਜਾਂ ਨਹੀਂ ਬਣਨਾ, ਔਰ ਕੋਈ ਅੱਗੇ ਉਹ ਇਹ ਨਹੀਂ ਹੈ ਕਿ ਹੁਣ ਇਸ ਤੋਂ ਬਾਅਦ ਫਿਲਮਾਂ ਹੀ ਕਰ ਲੈਣੀਆਂ। ਸਕੂਲ ਉਹ ਥੋੜਾ ਜਿਹਾ ਹੈਗਾ ਕਿ ਮੈਂ ਸਕੂਲ ਜਾਣਾ, ਮੈਂ ਗੇਮਾਂ ਖੇਡਣੀਆਂ, ਉਹ ਉਸ ਟਾਈਪ ਦਾ ਵਾਲ ਹੈ। 12 ਸਾਲ ਬਾਅਦ ਉਹ ਜੋੜੀ ਇਕੱਠੀ ਹੋਈ ਹੈ, ਜਿਸ ਨੂੰ ਦੇਖਣ ਦੇ ਲਈ ਅਸੀਂ ਤਾਂ ਤਰਸਦੇ ਰਹਿੰਦੇ ਹਾਂ ਕਿ ਕਦੋਂ ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਇਕੱਠੇ ਇੱਕ ਪਲੇਟਫਾਰਮ ਤੇ ਆਉਣਗੇ। ਮੇਲ ਕਰਾ ਦੇ ਰੱਬਾ ਅਜੇ ਵੀ ਉਹੀ ਛਾਪ ਹਲੇ ਜੋ ਮੇਲ ਕਰਾ ਦੇ ਰੱਬਾ ਦੀ ਅੱਜ ਤੋਂ ਕਈ ਸਾਲ ਪਹਿਲਾਂ ਸੀ, ਅਜੇ ਵੀ ਹੋਈ ਹੈ। ਤਾਂ ਮੈਨੂੰ ਲੱਗਦਾ ਡਾਇਰੈਕਟਰ ਪ੍ਰੋਡਿਊਸਰਸ ਨੇ ਰਿਸਕ ਨਹੀਂ ਲਿਆ ਤੁਹਾਨੂੰ ਮੂਵੀ ਦੇ ਵਿੱਚ। ਆਰਾਮ ਨਾਮ ਸਾਦੇ ਉਹ ਇੱਥੇ ਸੜੋ ਗੋਰਿਆਂ ਨੂੰ ਲੈ ਕੇ ਆਉਂਦੇ ਆ। ਉਹ ਚਾਹੀ आई डोंट नो, इन्होंने पूछो, आई वाज ऑलवेज रेडी। ਨਹੀਂ ਐਕਚੁਅਲੀ ਕੀ ਹੈ ਕਿ ਸਾਡੀ ਪਾਣੀ 'ਚ ਬੰਧਾਣੀ ਪਈ ਰਹੀ ਜੀ ਇੰਨੇ ਸਾਲ। ਇਹ ਕੀ ਹੈ? मैं प्रेजेंट कर रही हूं जो कि कहन जा रही ਪਾਣੀ 'ਚ ਵਧਾਣੀ ਦਾ ਟ੍ਰੇਲਰ ਆ ਗਿਆ, ਸਵਾਈਪ ਅਪ ਕਰੋ, ਇਹ ਕਹਿਣਾ ਸੀਗਾ। स्वाइप अप। ਹਾਂ ਸਵਾਈਪ ਅਪ। ਮਾਇਆ ਫਿਲਮਾਂ ਦੇਖਣੀਆਂ ਮੈਂ VCR ਮੰਗਾ ਦੇਵੇ ਹੁਣ ਮਿੱਠੀਏ ਐਤਕੀ ਕੂਲਰ ਆਉਣਾ VCR ਅਗਲੀ ਵਾਰੀ ਤੇ। ਜ਼ੀਰੋ ਘਟੀ ਘਟੀ ਜਾ ਰਹੀ ਹੈ। ਅੱਛਾ ਜੀ, ਚਲੋ ਇੱਕ ਹੋਰ ਮੈਮ ਇੱਕ ਅੱਛਾ ਚਲੋ ਇੱਕ ਗੇਮ ਲਾ ਲਓ। ਫਟਾਫਟ ਆ ਜਿੱਤਿਆ ਕੌਣ ਹੈ ਉਹ ਨਾਲ? ਮੈਂ ਜਿੱਤਿਆ। हारा नहीं जाता, सो ही हैज टू डू वन। ਮੇਲੀ ਗੋ ਹਰਟ ਹੋਗੀ। हां ਨਹੀਂ ਮਤਲਬ ਨਹੀਂ ਜੀ। ओए ओए ओके। ਇਹ ਡਰਾ ਜਾਏਗਾ ਮੈਨੂੰ ਲੱਗਦਾ। ਨਹੀਂ ਹਾਂ ਇਹ ਡਰਾ ਜਾਏਗਾ। ਨੀਰੂ ਜੀ चलो जी, नहीं जितने तक ठीक है। ਚਲੋ ਜੀ, ਇਹ ਧੱਕੇ ਵਾਲਾ ਜਿੱਤਣਾ ਸੀ, ਇਹ ਧੱਕੇ ਵਾਲਾ ਜਿੱਤਣਾ ਸੀ। ਠੀਕ ਹੈ, ਹੁਣ ਆਪਾਂ ਇੰਟਰਵਿਊ ਸਟਾਰਟ ਕਰ ਦਈਏ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਮਨ ਜੇਟਲੀ ਤੇ ਤੁਹਾਡੀ ਮੈਨੂੰ ਲੱਗਦਾ ਪੰਜਾਬ ਨਹੀਂ ਓਵਰਸੀਜ਼ ਜਿੰਨੇ ਵੀ ਪੰਜਾਬੀ ਵਸਦੇ ਨੇ, ਤੁਹਾਡੇ ਦਿਲਾਂ ਦੀ ਧੜਕਣ ਹੈ ਨੀਰੂ ਬਾਜਵਾ। ਤੇ ਉਹ ਇੱਕ ਆਰਟਿਸਟ ਜਿਹਨੇ ਨਾ ਹੀ ਸਾਨੂੰ ਗਾਇਕੀ ਦੇ ਵਿੱਚ ਤੇ ਨਾ ਹੀ ਸਾਨੂੰ ਐਕਟਿੰਗ ਦੇ ਵਿੱਚ ਕਦੇ ਡਿਸਅਪੁਆਇੰਟ ਕੀਤਾ। ਦੀਵਾਲੀ ਨੂੰ ਇੱਕ ਬੜਾ ਵੱਡਾ ਬੰਪਰ ਲੈ ਕੇ, ਇੱਕ ਆਫਰ ਲੈ ਕੇ, ਇੱਕ ਨਾ ਭਾਜੀ ਪਹਿਲਾਂ ਤਾਂ ਸਵਾਗਤ ਹੈ ਜੀ ਬਹੁਤ ਬਹੁਤ ਡੇਲੀ ਪੋਸਟ ਪੰਜਾਬੀ 'ਚ। ਅਰੋੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਇੱਕ ਨਾ ਤੁਸੀਂ CID ਦੇਖਿਆ ਹੋਣਾ, ਉਹ ਦਇਆ ਜਿਵੇਂ मैं ਉਹਦੇ ਚ ਕੰਮ ਵੀ ਕੀਤਾ। ਦਰਵਾਜ਼ਾ ਅਸੀਂ ਤਾਂ ਆਮ ਤਰੀਕੇ ਦੇ ਨਾਲ ਦਰਵਾਜ਼ਾ ਖੋਲਦੇ ਹਾਂ ਨਾਰਮਲ, ਦਇਆ ਖੋਲਦਾ ਲੱਤ ਮਾਰ ਕੇ। ਮੈਨੂੰ ਲੱਗਦਾ ਹੁਣ ਦੀਵਾਲੀ ਤੇ ਜਿਹੜੀ ਫਿਲਮ ਆ ਰਹੀ ਹੈ ਦਇਆ ਵਾਂਗ ਲੱਤ ਮਾਰ ਕੇ ਸਿਨੇਮਾ ਘਰਾਂ ਦੇ ਦਰਵਾਜ਼ੇ। ਬਿਲਕੁਲ ਜੀ, ਦੇਖੋ ਸਾਡੀ ਤਾਂ ਕੋਸ਼ਿਸ਼ ਇਹੀ ਹੈ ਜੀ ਕਿ ਲੱਤ ਜ਼ੋਰ ਦੀ ਮਾਰੀਏ
ਔਰ ਸੋਲਿਡ ਤਰੀਕੇ ਨਾਲ ਲੱਤ ਵਜੇ ਔਰ ਵਧੀਆ ਤਰੀਕੇ ਦੀ ਲੋਕਾਂ ਦੀ ਐਕਸਾਈਟਮੈਂਟ ਲੈਵਲ ਆ ਜਿਹੜਾ ਉਹ ਅਸੀਂ ਅਪ ਕਰ ਸਕੀਏ, ਕਿਉਂਕਿ 2 ਸਾਲ ਹੋ ਗਏ ਜੀ ਕੋਈ ਫਿਲਮ ਹੀ ਨਹੀਂ ਆਈ ਹੈਗੀ ਹੈ ਨਾ, ਤੇ ਹੁਣ ਫਿਲਮਾਂ ਆਉਣ ਲੱਗੀਆਂ ਨੇ। 2 ਸਾਲ ਤੋਂ ਲੋਕੀ ਘਰਾਂ 'ਚ ਬੈਠੇ ਸੀਗੇ। ਅੱਛਾ ਪਿੱਛੇ ਕੀ ਹੈ ਕਿ ਪ੍ਰੋਪਰ ਵਾਲੇ ਥੀਏਟਰ ਵੀ ਨਹੀਂ ਸੀ ਖੁੱਲ੍ਹੇ, ਈਵਨ ਕਈ ਕੰਟਰੀਆਂ 'ਚ ਨਹੀਂ ਸੀ ਖੁੱਲ੍ਹੇ। ਆਸਟ੍ਰੇਲੀਆ ਦੇ ਵਿੱਚ ਅੱਜ ਤੋਂ ਸਿਡਨੀ ਅੱਜ ਤੋਂ ਥੀਏਟਰ ਖੁੱਲ੍ਹੇ ਨੇ ਹੈ ਨਾ। ਸੋ ਜਿਹੜੀਆਂ 2-4 ਫਿਲਮਾਂ ਆਈਆਂ ਕਈ ਜਗ੍ਹਾ 'ਤੇ ਉਹ ਵੀ ਨਹੀਂ ਪਹੁੰਚ ਸਕੀਆਂ ਹੈਗੀਆਂ ਡਿਊ ਟੂ ਸਿਨੇਮਿਆਂ ਦੀ ਵਜ੍ਹਾ ਕਰਕੇ। ਸੋ ਹੁਣ ਇੱਕ ਪ੍ਰੋਪਰ ਸਭ ਚੀਜ਼ ਖੁੱਲ੍ਹ ਰਹੀ ਆ, ਤਾਂ ਮੈਨੂੰ ਲੱਗਦਾ ਕਿ ਇੱਕ ਜੈਕਪੋਟ ਆ ਜੀ ਸਾਡੇ ਲਈ ਵੀ, ਔਰ ਫਿਲਮ ਵੀ ਇੱਕ ਅੱਛੀ ਹੈ ਔਰ ਆਡੀਅנס ਲਈ ਵੀ ਜੈਕਪੋਟ ਹੈ ਜੀ। ਨੀਰੂ ਮੈਮ ਅਸੀਂ ਦੇਖਿਆ ਜਿਹੜਾ ਕਨਸੈਪਟ ਹੈ ਮੂਵੀ ਦਾ, ਜਿਵੇਂ ਇਹਨਾਂ ਦਾ ਅਟਾਇਰ ਹੈ ਜਾਂ ਜਿਵੇਂ ਗਿੱਪੀ ਜੀ ਨੇ ਵਾਲ ਵਧਾਏ ਹੋਏ ਨੇ, ਤੁਹਾਡਾ ਅਟਾਇਰ ਹੈ, ਅਸੀਂ 80s 'ਚ ਵਾਪਸ ਚਲੇ ਗਏ। ਅਸੀਂ ਉਹ ਸਟਰਗਲ ਦੇਖਿਆ ਜਿਹੜਾ ਸਦੀਕ ਸਾਹਿਬ ਨੇ ਕੀਤਾ ਸੀ, ਮਾਣਕ ਸਾਹਿਬ ਨੇ ਕੀਤਾ ਸੀ। ਦੋ ਗਾਣੇ ਜਦੋਂ ਗਾਣੇ ਸੀਗੇ ਤਾਂ ਤੁਸੀਂ ਇੱਕ ਜੋੜੀ ਲੱਭ ਰਹੇ ਹੁੰਦੇ ਉੱਦਾਂ ਦੀ, ਤਾਂ ਤੁਹਾਨੂੰ ਉਹ ਸਟਰਗਲ ਯਾਦ ਕਰਵਾਉਣ ਦੇ ਲਈ ਲੋਕਾਂ ਨੂੰ ਕਿਹਦੇ ਨਾਲ ਰਾਬਤਾ ਕਾਇਮ ਕਰਨਾ ਪਿਆ, ਨੀਰੂ ਮੈਮ ਨੂੰ ਤੇ ਤੁਹਾਨੂੰ? ਵੈਲ ਮੈਂ ਆਪਣੇ ਕੈਰੈਕਟਰ ਲਈ ਅਮਰਜੋਤ ਜੀ, ਓਬਵੀਅਸਲੀ ਰਣਜੀਤ ਜੀ, ਸੁਰਿੰਦਰ ਕੌਰ, ਪ੍ਰੀਤੀ ਜੀ, ਸਾਰਿਆਂ ਦੇ ਵੀਡੀਓਜ਼ ਦੇਖੀ, ਕਿਉਂਕਿ ਉਹਨਾਂ ਦਾ ਜੋ ਓਬਵੀਅਸਲੀ ਅਟਾਇਰ ਸੀ, ਪਹਿਨਾਵਾ ਸੀ, ਬਾਡੀ ਲੈਂਗੁਏਜ ਬਹੁਤ ਡਿਫਰੈਂਟ ਸੀ ਉਦੋਂ। ਐਂਡ ਸੋ ਉਹ ਮੈਂ ਬਹੁਤ ਸਟੱਡੀ ਕੀਤੀ। ਐਂਡ ਫਿਰ ਉਹਨਾਂ ਤੋਂ ਇਹ ਥੋੜ੍ਹਾ ਸਾਰਿਆਂ ਤੋਂ ਲੈ ਕੇ ਮੈਂ ਸੋਹਣੀ ਬਣ ਗਈ। ਐਂਡ ਓਬਵੀਅਸਲੀ ਦਾਦੂ ਨੇ ਮੈਨੂੰ ਬਹੁਤ ਜ਼ਿਆਦਾ ਗਾਈਡ ਕੀਤਾ, ਕਿਉਂਕਿ ਆਫ ਸਟੇਜ ਸੋਹਣੀ ਮਤਲਬ ਕੁਝ ਔਰ ਹੈ ਐਂਡ ਔਨ ਸਟੇਜ ਸ਼ੀ ਸਮਥਿੰਗ ਐਲਸ। ਤੁਸੀਂ ਤਾਂ ਐਵਰਗ੍ਰੀਨ ਹੋ ਮੈਮ। ਸਰ ਤੁਸੀਂ ਸਦੀਕ ਸਾਹਿਬ ਸਾਨੂੰ ਯਾਦ ਆਏ ਜਦੋਂ ਅਸੀਂ ਤੁਹਾਡਾ ਟ੍ਰੇਲਰ ਦੇਖਿਆ, ਸਾਨੂੰ ਮਾਣਕ ਸਾਹਿਬ ਖਾਸ ਤੌਰ ਤੇ ਯਾਦ ਆਏ ਜਦੋਂ ਅਸੀਂ ਤੁਹਾਡਾ ਟ੍ਰੇਲਰ ਦੇਖਿਆ। ਤਾਂ ਜਾਣਨਾ ਚਾਹਾਂਗੇ ਉਹ ਸਟਰਗਲ ਦੀ ਕਹਾਣੀ, ਇਹ ਜਿਹੜਾ ਟ੍ਰੇਲਰ ਹੁਣ ਇੰਨਾ ਨਿਖਰ ਕੇ ਬਾਹਰ ਆਇਆ ਹੈ, ਇਹਦੇ ਪਿੱਛੇ ਜਿਹੜਾ ਸਟਰਗਲ ਐਕਚੁਅਲੀ ਕੀ ਹੈ ਨਾ ਜੀ, ਜਦੋਂ ਫਿਲਮ ਇਹ ਸੁਣਾਈ ਗਈ ਸੀ ਮੈਨੂੰ ਪਹਿਲਾਂ ਇਹ ਅੱਜ ਦੀ ਕਹਾਣੀ ਸੀਗੀ, ਫਿਰ ਮੈਨੂੰ ਉਹ ਵੀ ਵਧੀਆ ਲੱਗੀ ਸੀਗੀ ਹੈ ਨਾ। ਆਫਟਰ ਦੈਟ ਦਾਦੂ ਜੀ ਤੇ ਨਰੇਸ਼ ਜੀ ਬੈਠੇ, ਇਹਨਾਂ ਨੇ 3-4 ਮਹੀਨੇ ਸਪੈਂਡ ਕੀਤੇ ਕਹਾਣੀ ਦੇ ਉੱਤੇ, ਬੜਾ ਕੁਝ ਤੋੜ ਮਰੋੜ ਕੀਤਾ। ਫਿਰ ਮੈਨੂੰ ਜਦੋਂ ਇਹ ਸੁਣਾਈ ਤਾਂ ਮੈਨੂੰ ਹੋਰ ਵੀ ਬੈਟਰ ਲੱਗਿਆ। ਮੈਂ ਕਿਹਾ ਸਰ ਜਿੱਦਾਂ ਤੁਹਾਡੀ ਕਾਲ ਹੈ। ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਸੋਚ ਰਹੇ ਹਾਂ ਇੱਦਾਂ ਦਾ ਲੁੱਕ। ਉਦੋਂ ਜਿਹੜੇ ਪੰਜਾਬੀ ਸਿੰਗਰ ਦੇਖਦੇ ਸੀ ਉਹਨਾਂ ਦੇ ਵਾਲ ਸੀਗੇ ਇੱਦਾਂ ਹੈ ਨਾ, ਸੋ ਲੰਬੇ ਅਸੀਂ, ਮੈਨੂੰ ਯਾਦ ਆ ਸੀ ਗੁਰਦਾਸ ਮਾਨ ਸਾਹਿਬ ਦੀਆਂ ਫੋਟੋਆਂ, ਸਰਦੂਲ ਭਾਜੀ ਨੇ ਫੋਨ ਕੀਤਾ, ਮੈਂ ਸਰਦੂਲ ਭਾਈ ਨੂੰ ਮੈਂ ਕਿਹਾ ਜੀ ਮੈਨੂੰ ਫੋਟੋਆਂ ਚਾਹੀਦੀਆਂ ਨੇ, ਤੇ ਉਹਨਾਂ ਦੀਆਂ ਫੋਟੋਆਂ ਪੁਰਾਣੀਆਂ ਮੰਗਾਈਆਂ। ਮਨਮੋਹਨ ਵਾਰਸ ਜੀ ਦੀਆਂ ਫੋਟੋਆਂ ਉਹਨਾਂ ਦੀਆਂ ਵੀ ਦੇਖੀਆਂ। ਸੋ ਸਾਰਿਆਂ ਦਾ ਇੱਕ ਪੈਟਰਨ ਸੀ ਇਹ ਵਾਲਾਂ ਵਾਲਾ। ਸੋ ਫਿਰ ਵਿਗ ਮੈਨੂੰ ਲੱਗਦਾ ਕਿ ਸਰ हमने 5-6 बार ट्राई किया है ना, विग बन जाया करे, तो नहीं ये नहीं ठीक लगती, वो नहीं ठीक लगती, क्योंकि बेसिकली की सी जे मैं खड़ा ही उस करैक्टर ਦੇ ਵਿੱਚ ਰਾਈਟ ਨਹੀਂ ਲੱਗ ਰਿਹਾ ਹੈਗਾ ਤਾਂ ਪਹਿਲਾਂ ਤਾਂ ਉੱਥੇ ਹੀ ਕੰਮ ਖਤਮ ਹੋ ਜਾਂਦਾ ਨਾ। ਪਰਫਾਰਮ ਕੀ ਕਰਨਾ ਉਹ ਬਾਅਦ ਦੀ ਗੱਲ ਹੈ, ਪਹਿਲਾਂ ਮੈਂ ਕਰੈਕਟਰ ਦੇ ਲਈ ਸੂਟੇਬਲ ਤਾਂ ਹੋਵਾਂ ਨਾ। ਸੋ ਪਹਿਲਾਂ ਮੈਨੂੰ ਉਸ ਚੀਜ਼ ਨੂੰ ਸੂਟੇਬਲ ਕੀਤਾ ਗਿਆ। ਫਿਰ ਕੀ ਸੀ, ਫਿਰ ਉਸ ਤੋਂ ਬਾਅਦ ਜਿਹੜੀ ਕਾਲ ਸੀ ਉਹ ਅੱਗੇ ਦਾਦੂ ਨੇ ਕਿ ਇੱਦਾਂ ਪਰਫਾਰਮ ਕਰਨਾ, ਇਹਨੂੰ ਆਹ ਚੀਜ਼ ਕਰਨਾ। ਸੋ ਕਾਫੀ ਇਹਦੇ 'ਤੇ ਐਫਰਟ ਕੀਤੀ ਗਈ ਜੀ, ਮੈਨੂੰ ਲੱਗਦਾ ਸਾਰੇ ਕਰੈਕਟਰਾਂ 'ਤੇ ਕੀਤੀ ਗਈ। ਈਵਨ ਕਰਮਜੀਤ ਜੀ ਦੇ ਦੇਖੋ ਕਦੇ ਉਹਦਾ ਕੁਛ ਕੀਤਾ ਜਾਂਦਾ ਸੀ, ਕਦੇ ਔਰ ਫਾਈਨਲੀ ਉਹਨਾਂ ਦੇ ਦੰਦ ਲਾਏ ਗਏ। ਈਵਨ ਮੈਨੂੰ ਡੇ 1 ਦੇ ਉੱਤੇ ਲੱਗਦਾ ਸੀ, ਮੈਂ ਦਾਦੂ ਨੂੰ ਕਿਹਾ ਵੀ ਸੀ, ਮੈਂ ਕਿਹਾ ਸਰ ਐਸੇ ਲੱਗ ਰਿਹਾ ਕਿ ਜ਼ਿਆਦਾ ਨਾ ਹੋ ਜੇ ਦੰਦ ਲਾ ਕੇ। ਕਹਿੰਦੇ ਕੋਈ ਨਾ ਨਿਕਾਲ ਦੇਂਗੇ ਨਹੀਂ ਹੋ ਗਏ। ਤਾਂ ਲਾਏ ਦੰਦ ਉਹ ਇੰਨਾ ਵਧੀਆ ਲੱਗੇ ਕਰਮਜੀਤ ਬਾਈ ਖੜਾ ਹੀ, ਹਾਸਾ ਆਵੇ ਉਹਨੂੰ ਦੇਖ ਕੇ, ਉਹਦੀਆਂ ਗੱਲਾਂ ਜੇ ਉਹ। ਬਟ ਹੁਣ ਮੈਨੂੰ ਇੱਦਾਂ ਲੱਗਦਾ ਕਿ ਜੇ ਉਹਨਾਂ ਦੇ ਦੰਦ ਨਾ ਲਾਏ ਹੁੰਦੇ ਉਹ ਆਊਟਪੁੱਟ ਨਹੀਂ ਸੀ ਆਉਣੀ ਹੈ ਨਾ। ਸੋ ਸਾਰੀਆਂ ਚੀਜ਼ਾਂ ਹੀ 'ਤੇ ਬਹੁਤ ਐਫਰਟ ਕੀਤੀ ਗਈ। 12 ਸਾਲ ਬਾਅਦ ਉਹ ਜੋੜੀ ਇਕੱਠੀ ਹੋਈ ਹੈ, ਜਿਸ ਨੂੰ ਦੇਖਣ ਦੇ ਲਈ ਅਸੀਂ ਤਾਂ ਤਰਸਦੇ ਰਹਿੰਦੇ ਹਾਂ ਕਿ ਕਦੋਂ ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਇਕੱਠੇ ਇੱਕ ਪਲੇਟਫਾਰਮ 'ਤੇ ਆਉਣਗੇ। ਮੇਲ ਕਰਾ ਦੇ ਰੱਬਾ ਅਜੇ ਵੀ ਉਹੀ ਛਾਪ ਹਲੇ ਜੋ ਮੇਲ ਕਰਾ ਦੇ ਰੱਬਾ ਦੀ ਅੱਜ ਤੋਂ ਕਈ ਸਾਲ ਪਹਿਲਾਂ ਸੀ, ਅਜੇ ਵੀ ਹੋਈ ਹੈ। ਤਾਂ ਮੈਨੂੰ ਲੱਗਦਾ ਡਾਇਰੈਕਟਰ ਪ੍ਰੋਡਿਊਸਰਸ ਨੇ ਰਿਸਕ ਨਹੀਂ ਲਿਆ ਤੁਹਾਨੂੰ ਮੂਵੀ ਦੇ ਵਿੱਚ। ਆਈ ਡੋਨਟ ਨੋ, ਇਹਨਾਂ ਨੂੰ ਪੁੱਛੋ, ਆਈ ਵਾਸ ਆਲਵੇਜ਼ ਰੈਡੀ। ਨਹੀਂ ਐਕਚੁਅਲੀ ਕੀ ਹੈ ਕਿ ਸਾਡੀ ਆਪ ਪਾਣੀ 'ਚ ਬੰਧਾਣੀ ਪਈ ਰਹੀ ਜੀ ਇੰਨੇ ਸਾਲ। ਇਹ ਨਹੀਂ ਕਿ ਅਸੀਂ ਕੀਤਾ ਨਹੀਂ, ਅਸੀਂ 2-3 ਫਿਲਮਾਂ ਦੇ ਵਿੱਚ ਅਪਰੋਚ ਹੋਏ ਹੈ ਨਾ ਕਿ ਇੱਦਾਂ ਕੀਤਾ ਜਾਵੇ। 1-2 ਪ੍ਰੋਜੈਕਟ ਹੀ ਸਿਰੇ ਨਹੀਂ ਚੜ੍ਹੇ ਹੈਗੇ, ਲਟਕ ਗਏ ਰਹਿ ਗਏ। ਈਵਨ ਇਹ ਕਾਲ ਵੀ ਜਦੋਂ ਆਏ ਤਾਂ ਕਈ ਵਾਰੀ ਅਗਲੇ ਨੂੰ ਲੱਗਦਾ ਸੀ ਪਤਾ ਨਹੀਂ ਆਪਸ 'ਚ ਫਿਲਮ ਨਹੀਂ ਕਰਨੀ ਚਾਹੁੰਦੇ। ਦਾਦੂ ਸਰ ਨੇ ਵੀ ਆ ਕੇ ਜਦੋਂ ਮੇਰੇ ਖਿਆਲ 'ਚ ਇਹਨਾਂ ਦੀ ਗੱਲ ਹੋਈ ਵਿਨੋਦ ਦੇ ਨਾਲ ਸਾਡੇ ਕਿ ਨੀਰੂ ਜੀ ਨੂੰ ਕਾਸਟ ਕਰਨਾ, ਵੀ ਗਿੱਪੀ ਜੀ ਨੂੰ ਪੁੱਛੋ, ਤੇ ਮੈਂ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਟਾਕ ਕਰੋ, ਉਹਨਾਂ ਨੂੰ ਕਹਾਣੀ ਸੁਣਾਓ, ਜੇ ਕਹਾਣੀ ਪਸੰਦ ਆਉਂਦੀ ਹੈ ਤਾਂ ਲੈਟਸ ਡੂ ਇਟ। ਫਿਰ ਇਹ ਆਏ ਮੈਨੂੰ ਕਹਿੰਦੇ ਜੀ ਅਸੀਂ ਉਹਨਾਂ ਨੂੰ ਕਹਾਣੀ ਸੁਣਾਤੀ, ਉਹਨਾਂ ਨੂੰ ਕਹਾਣੀ ਬਹੁਤ ਅੱਛੀ ਲੱਗੀ ਕਿ ਉਹ ਕਹਿੰਦੇ ਠੀਕ ਹੈ ਕਿ ਜੇ ਵਰਕਿੰਗ ਹੁੰਦੀ ਹੈ ਤਾਂ ਲੈਟ ਅਸ ਨੋ। ਉਸ ਤੋਂ ਬਾਅਦ ਚੀਜ਼ਾਂ ਹੋਈਆਂ ਜੀ ਔਰ ਫਿਲਮ ਮੇਰੇ ਖਿਆਲ 'ਚ ਫਟਾਫਟ ਪ੍ਰੋਸੈਸ ਹੋਇਆ, ਬਹੁਤ ਫਾਸਟ ਚੀਜ਼ਾਂ ਚੱਲੀਆਂ ਹੈ ਨਾ। ਸੋ ਹੋ ਗਿਆ ਉਹ ਨਹੀਂ ਸੀ। ਕਈ ਵਾਰੀ ਕੀ ਹੁੰਦਾ ਕਿ ਸਬੱਬ ਹੀ ਨਹੀਂ ਬਣਦਾ। ਹੁਣ ਵੀ ਮੈਨੂੰ ਕਈ ਆਰਟਿਸਟਾਂ ਲੋਕੀ ਕਹਿੰਦੇ ਕਿ ਯਾਰ ਤੁਸੀਂ ਉਹਦੇ ਨਾਲ ਫਿਲਮ ਨਹੀਂ ਕਰੋਗੇ, ਉਹਦੇ ਨਾਲ ਫਿਲਮ। ਸਾਡੀ ਕੋਲ ਲੜਾਈ ਥੋੜ੍ਹਾ ਹੁੰਦੀ ਹੈ ਕਦੇ ਕੁਝ, ਪਰ ਕਈ ਵਾਰੀ ਕਿ ਮਾਹੌਲ ਹੀ ਨਹੀਂ ਬਣਦਾ। ਤੁਸੀਂ ਇਹ ਗੱਲ ਕਰ ਹੀ ਦਿੱਤੀ ਹੈ ਤਾਂ ਆਮ ਲੋਕਾਂ 'ਚ ਕੀ ਗੱਲਾਂ ਹੁੰਦੀਆਂ ਨੇ, ਉਹ ਕਹਿੰਦੇ ਨੇ ਕਿ ਦਿਲਜੀਤ ਤੇ ਗਿੱਪੀ ਦਾ ਕੋਈ ਸੀਨ ਚੱਲ ਰਿਹਾ, ਪਰ ਸ਼ਿੰਦੇ ਨੇ ਹੁਣ ਦਿਲਜੀਤ ਨਾਲ ਕੰਮ ਕਰਕੇ ਤੇ ਦਿਲਜੀਤ ਨੇ ਇਹ ਕਮੈਂਟ ਕਰਕੇ ਕਿ ਸ਼ਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ 'ਚ ਰਾਜ ਕਰਨ ਵਾਲਾ, ਤਾਂ ਇਹ ਸ਼ਾਇਦ ਕੰਟਰੋਵਰਸੀਜ਼ ਕਿਤੇ ਨਾ ਕਿਤੇ ਕਲੀਅਰ ਕਰ। ਹਾਂ ਦੇਖੋ
ਉਹਨਾਂ ਨੇ ਜਦੋਂ ਕਿਉਂਕਿ ਚਲੋ ਉਹਨਾਂ ਨੇ ਉਹਨੂੰ ਬਹੁਤ ਅੱਛਾ ਟਰੀਟ ਕੀਤਾ ਹੈ ਨਾ, ਕਿਉਂਕਿ ਦਿਲਜੀਤ ਨੂੰ ਅਸੀਂ ਕਹਿੰਦਾ ਭਾਜੀ ਮੈਂ ਆਪਣੇ ਨਾਲ ਰੱਖਣਾ ਵਾ, ਮੈਂ ਆਪਣੇ ਅਕੋਰਡਿੰਗ ਸਾਰਾ ਕੁਝ ਕਰਾਉਂਗਾ ਹੈ ਨਾ। ਇਹ ਤਾਂ ਉਹਨਾਂ ਦਾ ਵੱਡਾ ਪਾਣਾ ਹੈ ਨਾ ਕਿ ਉਹਨਾਂ ਨੇ ਇੰਨੀਆਂ ਅੱਛੀਆਂ ਗੱਲਾਂ ਉਹਦੇ ਲਈ ਬੋਲੀਆਂ। ਬਟ ਕੀ ਹੈ ਕਿ ਦੇਖੋ ਆਪਸ ਦੇ ਵਿੱਚ ਆਰਟਿਸਟ ਦੀ, ਮੈਂ ਹੁਣ ਵੀ ਕਹਿਣਾ ਜਿਹੜੇ ਹੋਰ ਕਈ ਆਰਟਿਸਟ ਇੱਥੇ ਆਲੇ ਦੁਆਲੇ ਜਿਨ੍ਹਾਂ ਦੀ ਆਪਾਂ ਕੰਟਰੋਵਰਸੀ ਸੁਣਦੇ ਹਾਂ, ਉਹਨਾਂ ਦੀਆਂ ਆਪਣੀਆਂ ਕੰਟਰੋਵਰਸੀ ਕੋਈ ਨਹੀਂ ਹੁੰਦੀਆਂ ਹੈਗੀਆਂ। ਇਹ ਬਣਾ ਦਿੱਤੀ ਹਾਂ ਮਤਲਬ ਸੋਸ਼ਲ ਮੀਡੀਆ ਵਾਲੇ ਦੌਰ ਤੋਂ ਦੁਖੀ ਹੋ ਬਹੁਤ, ਮੈਂ ਤਾਂ ਬਹੁਤ ਹਾਂ, ਮੈਂ ਤਾਂ ਦੁਖੀ ਹਾਂ ਕਿਉਂਕਿ ਰੀਜ਼ਨ ਕੀ ਹੈ ਕਈ ਵਾਰੀ ਦੇਰ ਇਜ਼ ਨਥਿੰਗ, ਚੀਜ਼ ਕੁਝ ਵੀ ਨਹੀਂ ਹੁੰਦੀ। ਸੋ ਬਹੁਤ ਰਿਸਪੈਕਟਫੁਲ ਆਰਟਿਸਟ ਹੁੰਦੇ ਨੇ ਉਹ, ਇੱਕ ਦੂਜੇ ਦੇ ਚੱਕਰਾਂ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਦੇ ਕਈ ਵਾਰੀ ਫੈਨਸ ਇਹ ਗੱਲ ਕਰ ਦਿੰਦੇ ਆ, ਜਦੋਂ ਆਰਟਿਸਟ ਦੇ ਵਿੱਚ ਜ਼ਿਆਦਾ ਕੋਈ ਇਦਾਂ ਦਾ ਇਸ਼ੂ ਤੁਹਾਡੇ ਆਪਣੇ ਘਰ 'ਚ ਤੁਹਾਡਾ ਇੱਕ ਬੜਾ ਤਗੜਾ ਕੰਪੀਟੀਟਰ ਹੈ ਜੀ। ਨਹੀਂ ਕੰਪੀਟੀਟਰ ਨਹੀਂ ਹੈ ਜੀ, ਮੈਂ ਤਾਂ ਕਹਿੰਦਾ ਜੇ ਕੰਪੀਟੀਟਰ ਆ ਤਾਂ ਮੈਂ ਉਹਨੂੰ ਮੰਨਦਾ ਹੀ ਨਹੀਂ। ਮੈਂ ਉਹਨੂੰ ਕਹਿੰਦਾ ਵੀ ਤੂੰ ਤਾਂ ਮੇਰੇ ਤੋਂ ਸੰਡੇ ਟਾਈਮ ਅੱਗੇ ਜਾਣਾ ਚਾਹੀਦਾ। ਔਰ ਵੈਸੇ ਕੀ ਹੈ ਕਿ ਹਲੇ ਉਹਨੇ ਦੇਖੋ ਸ਼ੌਕੀਆ ਫਿਲਮ ਕੀਤੀ ਆ, ਉਹ ਵੈਸੇ ਐਕਟਿਵ ਆ, ਉਹਦਾ ਹਲੇ ਕੋਈ ਫੋਕਸ ਨਹੀਂ ਹੈ ਕਿ ਮੈਂ ਐਕਟਰ ਬਣਨਾ ਜਾਂ ਨਹੀਂ ਬਣਨਾ। ਔਰ ਕੋਈ ਅੱਗੇ ਉਹ ਇਹ ਨਹੀਂ ਹੈ ਕਿ ਹੁਣ ਇਸ ਤੋਂ ਬਾਅਦ ਫਿਲਮਾਂ ਹੀ ਕਰ ਲੈਣੀਆਂ ਸਕੂਲ, ਉਹ ਥੋੜ੍ਹਾ ਜਿਹਾ ਹੈਗਾ ਕਿ ਮੈਂ ਸਕੂਲ ਜਾਣਾ, ਮੈਂ ਗੇਮਾਂ ਖੇਡਣੀਆਂ, ਉਹ ਉਸ ਟਾਈਪ ਦਾ ਵਾ। ਠੀਕ ਹੈ ਨੀਰੂ ਮੈਮ, ਤੁਹਾਨੂੰ ਲੈ ਕੇ ਜਿੰਨੀ ਵਾਰ ਵੀ ਚਰਚਾ ਹੋਈ ਹੈ ਆਮ ਲੋਕਾਂ ਦੇ ਵਿੱਚ, ਜਦੋਂ ਵੀ ਗੱਲਬਾਤ ਹੁੰਦੀ ਤਾਂ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਇੱਕ ਲੇਡੀ ਨੂੰ ਹਮੇਸ਼ਾ ਇੱਦਾਂ ਦਾ ਹੀ ਹੋਣਾ ਚਾਹੀਦਾ ਕਿ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਬੈਲੈਂਸ ਕਰਕੇ ਰੱਖੇ। ਅਸੀਂ ਜਾਣਦੇ ਹਾਂ ਤੁਹਾਡੀਆਂ ਬਹੁਤ ਪਿਆਰੀਆਂ ਜਿਹੀਆਂ ਬੱਚੀਆਂ ਨੇ, ਤੁਸੀਂ ਉਹਨਾਂ ਨੂੰ ਪੂਰਾ ਟਾਈਮ ਦਿੰਦੇ ਹੋ, ਫੈਮਿਲੀ ਨੂੰ ਪੂਰਾ ਟਾਈਮ ਦਿੰਦੇ ਹੋ, ਤੇ ਪਰਦੇ 'ਤੇ ਵੀ ਜਦੋਂ ਉਤਰਦੇ ਹੋ ਤਾਂ ਜਦੋਂ ਵੀ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਉਤਰੇ ਹੋ ਤਾਂ ਹਮੇਸ਼ਾ ਉਹਨਾਂ ਨੂੰ ਸੈਟੀਸਫਾਈ ਕੀਤਾ, ਹਮੇਸ਼ਾ ਆਪਣੀ ਜਿਹੜੀ ਪਰਫਾਰਮੈਂਸ ਹੈ ਉਹ 100% ਪਲੱਸ ਹੀ ਰੱਖੀ ਹੈ। आई डोंट नो, मैं हमेशा अपनी लाइफ ब्लैक एंड वाइट रखी है। मेरी फैमिली मेरे लिए सब तो इंपॉर्टेंट है, पर मेरा काम भी मेरे लिए उतना ही इंपॉर्टेंट है। आई जस्ट नो 2 थिंग्स, फैमिली एंड माई वर्क। सो आई डोंट नो, कई लोग के आई थिंक कि कई might be controversial, but some women I think मतलब confused ने, मतलब वो family ਨੂੰ ਨਾ ਨਾ attention ਦੇ, ਜੋ family ਨੂੰ attention ਦਿੰਦੇ ਆ ਤਾਂ will they still be taken seriously in their work? So I think ਤੁਸੀਂ ਸਭ ਕੁਝ balance ਕਰ ਸਕਦੇ ਹੋ। ਇੰਨਾ ਔਖਾ ਹੈ ਨਹੀਂ ਜਿੰਨਾ ਬਣਾ ਦਿੱਤਾ। ਨਹੀਂ ਬਿਲਕੁਲ ਨਹੀਂ, ਮਤਲਬ I do everything, every single thing. ਮੇਰੇ 3 ਜਵਾਕ ਆ, 3 daughters. I think my husband is quite happy with me and we're all happy. So I'm the busiest now than I've ever been. So I think ਤੁਸੀਂ ਸਭ ਕੁਝ ਕਰ ਸਕਦੇ ਹੋ, just ਮਤਲਬ ਉਹ clarity ਹੋਣੀ ਚਾਹੀਦੀ ਹੈ and discipline. ਬੀਇੰਗ ਅ ਡਾਇਰੈਕਟਰ ਜਾਂ ਬੀਇੰਗ ਐਨ ਐਕਟਰ ਜਾਂ ਬੀਇੰਗ ਅ ਸਿੰਗਰ, ਸਭ ਤੋਂ ਵੱਧ ਗੁੱਸਾ ਕਦੋਂ ਆਇਆ ਤੇ ਕਿੱਥੇ ਆਇਆ? ਗੁੱਸਾ ਕਦੋਂ ਆਇਆ? ਨਹੀਂ ਇੱਦਾਂ ਤਾਂ ਗੁੱਸਾ ਨਹੀਂ ਆਇਆ ਕਿਸੇ ਚੀਜ਼ ਦੇ ਉੱਤੇ ਕਿ ਵੀ ਐਕਟਰ ਜਾਂ ਮੈਂ। ਹਾਂ ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਤੁਸੀਂ ਐਜ਼ ਐਕਟਰ ਕੰਮ ਕਰਦੇ ਹੋ, ਬੰਦਾ ਤੁਹਾਨੂੰ ਬੁਲਾ ਲੈਂਦਾ, ਕਈ ਵਾਰੀ ਤੁਸੀਂ 2 ਦਿਨ ਕੰਮ ਨਹੀਂ ਹੁੰਦਾ, 4 ਦਿਨ ਕੰਮ ਨਹੀਂ ਹੁੰਦਾ, ਬੰਦੇ ਨੂੰ ਲੱਗਦਾ ਕਿ ਯਾਰ ਬੜੇ ਅਨਪਲੈਨਡ ਨੇ। ਮੇਰਾ ਆਪ ਦਾ ਕੰਮ ਬਹੁਤ ਜ਼ਿਆਦਾ ਪਲੈਨਡ ਹੁੰਦਾ, ਮੈਂ ਬਹੁਤ ਜ਼ਿਆਦਾ ਹੀ ਪਲੈਨਡ ਆ, ਹੈ ਨਾ। ਮੈਨੂੰ ਐਂ ਹੁੰਦਾ ਕਿ ਯਾਰ ਤੁਸੀਂ ਫਿਲਮ ਕਰਦੇ ਹੋ, ਤੁਹਾਡੀ 100% ਪਲੈਨਡ ਹੋਣੀ ਚਾਹੀਦੀ ਆ। ਤੁਸੀਂ ਆਰਟਿਸਟ ਨੂੰ ਬੁਲਾਉਂਦੇ ਹੋ, ਉਹਦਾ ਟਾਈਮ ਵੇਸਟ ਨਾ ਕਰੋ, ਸ਼ੂਟ ਕਰੋ ਫਟਾਫਟ, ਪੈਸੇ ਬਚਦੇ ਆ, ਆਰਟਿਸਟ ਜਲਦੀ ਫ੍ਰੀ ਹੁੰਦਾ, ਆਰਟਿਸਟ ਖੁਸ਼ ਹੁੰਦਾ। ਹੁਣ ਜੇ ਅੱਜ ਮੈਂ ਕਹਾਂ ਮੈਂ ਕਿਸੇ ਫਿਲਮ ਲਈ ਨੀਰੂ ਜੀ ਨੂੰ ਬੁਲਾਵਾਂ, ਇਹਨਾਂ ਨੇ ਬਾਹਰੋਂ ਆਪਣੀ ਫੈਮਿਲੀ ਛੱਡ ਕੇ ਉਰੇ ਆਉਣਾ ਵਾ, ਮੇਰਾ 10 ਦਿਨ ਦਾ ਕੰਮ ਆ, ਮੈਂ ਉਹਨੂੰ 25 ਦਿਨ ਬਿਠਾਈ ਰੱਖਾਂ, ਇਹ ਤਾਂ ਫਰਸਟ੍ਰੇਟਡ ਹੋਣਗੇ ਹੀ, ਹੈ ਨਾ। ਸੋ ਮੈਨੂੰ ਲੱਗਦਾ ਵੀ ਪਰ ਜਿਹੜੇ 15 ਦਿਨ ਮੈਂ ਐਕਸਟਰਾ ਇਹਨਾਂ ਨੂੰ ਬਿਠਾਉਣਾ, ਸਾਡੀਆਂ ਕਾਸਟਿੰਗਾਂ, ਉਦੋਂ ਕਈ ਵਾਰੀ ਤੁਹਾਨੂੰ ਗੁੱਸਾ ਆਉਂਦਾ ਕਈ ਵਾਰੀ ਚੀਜ਼ਾਂ ਦੇ ਉੱਤੇ, ਚਾਹੇ ਐਜ਼ ਐਕਟਰ ਤੁਸੀਂ ਕੰਮ ਕਰ ਰਹੇ ਹੋ ਜਾਂ ਉਸ ਫਿਲਮ ਦੇ ਤੁਸੀਂ ਡਾਇਰੈਕਟਰ ਹੋਵੋ ਜਾਂ ਪ੍ਰੋਡਕਸ਼ਨ ਦੇ ਤੁਸੀਂ ਪ੍ਰੋਡਿਊਸਰ ਹੋਵੋ, ਉਦੋਂ ਲੱਗਦਾ ਕਿ ਯਾਰ ਵੀ ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਬਾਕੀ ਤਾਂ ਠੀਕ ਹੈ ਜੀ, ਬਾਕੀ ਤਾਂ ਕੋਈ ਨਹੀਂ। ਪਹਿਲਾਂ ਮੈਨੂੰ ਲੱਗਦਾ ਮੈਂ ਅੱਜ ਹੀ ਸੁਣਿਆ ਪਹਿਲੀ ਵਾਰੀ ਕਿ ਕਿਸੇ ਐਕਟਰ ਨੇ ਚੈੱਕ ਹੀ ਮੋੜ ਦਿੱਤਾ ਕਿ ਮੈਂ ਨਹੀਂ ਕੰਮ ਕਰਨਾ, ਜਦੋਂ ਪ੍ਰੋਡਿਊਸਰਸ ਉਹਨਾਂ ਤੱਕ ਅਪਰੋਚ ਕਰਦੇ ਨੇ 2 ਵਾਰ ਚੈੱਕ ਮੋੜ ਦਿੱਤਾ। ਐਕਚੁਅਲੀ ਜੀ ਮੈਨੂੰ ਐਂ ਲੱਗਦਾ ਕਿ ਕੀ ਲੱਗਦਾ ਕਿ ਇੱਦਾਂ ਦੀਆਂ ਚੀਜ਼ਾਂ ਗੱਲਾਂ ਬਣੀਆਂ ਹੋਈਆਂ ਨੇ, ਆਰਟਿਸਟ ਚੈੱਕ ਬਹੁਤ ਵਾਰੀ ਮੋੜਦੇ ਨੇ, ਮਤਲਬ ਹਾਂ ਡਿਸਕਲੋਜ਼ ਨਹੀਂ ਹੁੰਦੇ। ਕਿਉਂਕਿ ਕਈ ਵਾਰੀ ਹੁੰਦਾ ਕਈ ਫਿਲਮਾਂ ਦੇ ਤੁਸੀਂ ਚੈੱਕ ਮੋੜਦੇ ਹੋ, ਤੁਹਾਨੂੰ ਫਿਲਮ ਹੀ ਨਹੀਂ ਪਸੰਦ, ਮਤਲਬ ਚੈੱਕ ਫੜਦੇ ਨਹੀਂ ਸੀ। ਮਤਲਬ ਤੁਸੀਂ ਦੇਖੋ ਇੰਨੀ ਜ਼ਿਆਦਾ ਫਿਲਮ ਬਣ ਰਹੀ ਆ ਐਵਰੀ ਡੇ, ਹਰ ਵਧੀਆ ਆਰਟਿਸਟ ਨੂੰ ਐਵਰੀ ਡੇ, ਇਹ ਨਹੀਂ ਕਿ ਮੈਨੂੰ ਜਾਂ ਇਹਨਾਂ ਨੂੰ, ਜਾਂ ਜਿੰਨੀਆਂ ਫੀਮੇਲ ਲੀਡ ਕੁੜੀਆਂ ਕੰਮ ਕਰ ਰਹੀਆਂ, ਜਿੰਨੇ ਮੁੰਡੇ ਕੰਮ ਕਰ ਰਹੇ ਨੇ, ਹੀਰੋ ਹੀਰੋਇਨ, ਸਾਰਿਆਂ ਨੂੰ ਹਰ ਦੂਜੇ ਜਾਂ ਤੀਜੇ ਦਿਨ ਮਗਰੋਂ 1 ਜਾਂ 2 ਫਿਲਮਾਂ ਆਫਰ ਹੁੰਦੀਆਂ ਰਹਿੰਦੀਆਂ ਨੇ, ਜਾਂ ਐਵਰੀ ਡੇ ਹੀ ਕੁਛ ਨਾ ਕੁਛ, ਕਿਉਂਕਿ ਫਿਲਮ ਹੀ ਇੰਨੀ ਜ਼ਿਆਦਾ ਬਣ ਰਹੀ ਆ। ਉਹ ਪੈਸੇ ਕਰਕੇ ਇਹ ਨਹੀਂ ਗਾ ਕਿ ਉਹ ਪੈਸੇ ਮੰਗ ਲਏ ਤਾਂ ਉਹਨਾਂ ਨੂੰ ਛੱਡਤਾ ਕਿ ਪੈਸੇ ਛੱਡਦੇ। ਪੈਸੇ ਦਾ ਕੀ ਹੁੰਦਾ, ਪੈਸੇ ਤਾਂ 2-4% ਅਪ ਡਾਊਨ ਹੁੰਦਾ। ਜੇ ਅੱਜ ਮੈਂ ਨੀਰੂ ਜੀ ਨੂੰ ਅਪਰੋਚ ਕਰਨਾ ਤਾਂ ਤੁਹਾਨੂੰ ਪਤਾ ਹੁੰਦਾ ਕਿ ਇਹਨਾਂ ਨੇ ਕਿੰਨੀ ਪ੍ਰਾਈਸ ਮੰਗਣੀ ਹੈ ਜਾਂ ਇਹਨਾਂ ਦੀ ਪ੍ਰਾਈਸ ਕੀ ਹੈ, ਤੁਸੀਂ ਘਟਾ ਲਓਗੇ, ਤੁਸੀਂ ਆਪਦੇ ਹਿਸਾਬ ਨਾਲ ਅਪ ਡਾਊਨ ਕਰ ਲਓਗੇ, ਉਹ ਮੈਟਰ ਨਹੀਂ ਹੁੰਦਾ। ਮੈਟਰ ਇਹ ਹੁੰਦਾ ਕਈ ਵਾਰੀ ਤੁਹਾਡੀਆਂ ਡੇਟਾਂ ਨਹੀਂ ਮੈਚ ਕਰਦੀਆਂ, ਕਈ ਵਾਰੀ ਉਹ ਬੰਦਾ ਫਿਲਮ ਹੀ ਨਹੀਂ ਕਰਨੀ ਚਾਹੁੰਦਾ, ਉਹ ਕਹਿੰਦਾ ਕਿ ਯਾਰ ਇਟਸ ਗੁੱਡ, ਮੈਂ ਨਹੀਂ ਇਹ ਫਿਲਮ ਕਰਨੀ ਚਾਹੁੰਦਾ, ਉਹ ਪੈਸੇ ਮੋੜਦੇ ਨੇ, ਹੈ ਨਾ। ਉਸ ਤਰ੍ਹਾਂ ਦਾ ਨਹੀਂ ਹੈ ਇਹ। ਇਸ ਫਿਲਮ ਦੇ ਵਿੱਚ ਇਹ ਸੀ, ਮੈਨੂੰ ਐਂ ਲੱਗਦਾ ਸੀ ਕਿ ਵਿਚਾਰੇ ਉਹ ਨਵੇਂ ਨੇ, ਫਿਲਮ ਬਹੁਤ ਜ਼ਿਆਦਾ ਮਹਿੰਗੀ ਸੀ, ਪੀਰੀਅਡ ਸ਼ੂਟ ਕਰਨਾ ਸੀਗਾ 80 ਦਾ ਦਹਾਕਾ, ਉਹ ਵੀ ਇੰਗਲੈਂਡ 'ਚ, ਕੱਪੜਿਆਂ ਤੋਂ ਲੈ ਕੇ ਗੱਡੀਆਂ ਤੋਂ ਲੈ ਕੇ ਹਰ ਚੀਜ਼ ਹੀ ਨਵੀਂ ਕਿਰਾਏ 'ਤੇ ਲੈ ਕੇ ਆਉਣੀ। ਇਹ ਤਾਂ ਨਾ ਕਿ ਤੁਸੀਂ ਸੜਕ 'ਤੇ ਤੁਰੇ ਜਾਂਦੇ ਹੋ ਸ਼ਾਟ ਕਰ ਲਿਆ, ਨਹੀਂ, ਸਾਰਾ ਕੁਝ ਉੱਥੋਂ ਹਟਾਉਣਾ ਪੈਣਾ, ਕਿਉਂਕਿ ਗੱਡੀਆਂ ਲੰਘ ਰਹੀਆਂ ਤਾਂ 80 ਹੈ ਹੀ ਨਹੀਂ ਸੀ,
ਸਾਡੇ ਬੰਦੇ ਲੰਘ ਰਿਹਾ, ਕੱਪੜੇ ਇਦਾਂ ਦੇ ਹੈ ਹੀ ਨਹੀਂ ਸੀ। ਸੋ ਮੈਨੂੰ ਐ ਸੀ ਕਿ ਵਿਚਾਰੇ ਨਵੇਂ ਨੇ, ਕਿ ਇਹ ਨਾ ਹੋਵੇ ਕਿ ਉਹਨਾਂ ਦੀ ਪਹਿਲੀ ਫਿਲਮ ਤੇ ਉਹਨਾਂ ਦਾ ਇੰਨਾ ਖਰਚਾ ਹੋ ਜਾਏ ਤੇ ਉਹ ਵਿਚਾਰੇ ਫਿਲਮ ਹੀ ਨਾ ਕਰਨ। ਤੀਆਂ ਦਾ ਜ਼ਮਾਨਾ 21ਵੀਂ ਸਦੀ 21ਵਾਂ ਸਨ ਹੈ, ਪਰ ਫਿਰ ਵੀ ਕਿਵੇਂ ਸੁਮੇਲ ਬਣਾਇਆ ਕਿ ਕੀ ਤੁਹਾਨੂੰ ਲੱਗਿਆ ਸੀ ਕਿ ਇਹ ਚੀਜ਼ ਇੰਪੋਸੀਬਲ ਹੈ, ਫਿਰ ਵੀ ਬਹੁਤ ਸੋਹਣੀ ਉੱਭਰ ਕੇ ਬਾਹਰ ਆਈ? ਆਈ ਡੋਨਟ ਨੋ, ਜਦੋਂ ਮਤਲਬ ਮੈਨੂੰ ਪਰਸਨਲੀ ਨਹੀਂ ਲੱਗਿਆ ਇੰਪੋਸੀਬਲ ਸੀ ਜਦੋਂ ਕਰ ਰਹੇ ਸੀ, ਕਿਉਂਕਿ ਸਾਰਿਆਂ ਦੀ ਇੰਨੀ ਰਿਸਰਚ ਹੋ ਚੁੱਕੀ ਸੀ, ਆਰਟ ਡਿਪਾਰਟਮੈਂਟ, ਡਾਇਰੈਕਸ਼ਨ, ਕੱਪੜੇ, ਓਬਵੀਅਸਲੀ ਇੰਨੀ ਨੌਲੇਜ ਹੈ ਗਿੱਪੀ ਜੀ ਨੂੰ, ਗੁੱਗੀ ਜੀ ਵੀ ਸੀਗੇ ਨੇ, ਸੀਨੀਅਰ ਆਰਟਿਸਟ ਨੇ, ਐਂਡ ਓਬਵੀਅਸਲੀ ਦਾਦੂ। ਸੋ ਨਹੀਂ, ਆਈ ਥਿੰਕ ਮਤਲਬ ਇਹ ਮੇਰੇ ਮਨ 'ਚ ਕਦੀ ਖਿਆਲ ਨਹੀਂ ਆਇਆ ਕਿ ਇਟਸ ਇੰਪੋਸੀਬਲ। ਦੀਵਾਲੀ ਤੇ ਰਿਲੀਜ਼ ਹੋ ਰਹੀ ਹੈ ਤਾਂ ਹਰ ਘਰ ਦੇ ਵਿੱਚ ਤੋਹਫਾ ਪਹੁੰਚ ਰਿਹਾ ਇਸ ਸਾਲ, 2 ਸਾਲ ਬਾਅਦ ਦੀਵਾਲੀ ਦਾ ਕੋਈ ਤੋਹਫਾ ਮਿਲਣਾ ਹੈ, ਤਾਂ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ, ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦਾ ਜੀ ਕਿ ਇਸ ਵਾਰੀ ਦੀਵਾਲੀ ਪਾਣੀ 'ਚ ਮਧਾਣੀ ਦੇ ਨਾਲ, ਤੇ ਪਟਾਕੇ ਪਟੂਕੇ ਵੈਸੇ ਚੱਲਣੇ ਨਹੀਂ ਕਹਿੰਦੇ ਸਿਨੇਮੇ, ਜਿਹੜੇ ਅਸੀਂ ਪਟਾਕੇ ਚਲਾਏ ਨੇ ਤੁਸੀਂ ਉਹ ਦੇਖਿਓ, ਬਹੁਤ ਵਧੀਆ ਫਿਲਮ ਬਣੀ ਹੈ। ਜਿਹੜੀਆਂ ਸਾਡੀਆਂ ਜ਼ਿੰਦਗੀ ਦੇ ਵਿੱਚ ਕੁਝ ਖਾਸ ਫਿਲਮਾਂ ਹੁੰਦੀਆਂ ਜਿਹੜੀਆਂ ਦਿਲ ਦੇ ਬਹੁਤ ਕਰੀਬ ਹੁੰਦੀਆਂ, ਜਿਹਦੇ 'ਚ ਤੁਹਾਨੂੰ ਲੱਗਦਾ ਕਿ ਤੁਸੀਂ ਚੰਗਾ ਕੰਮ ਕੀਤਾ, ਇਹਨੂੰ ਲੋਕ ਦੇਖਣ, ਸੋ ਉਹ ਫਿਲਮ ਹੈ। ਸੋ ਮੈਂ ਹੈਪੀ ਹਾਂ ਕਿ ਦੀਵਾਲੀ ਦੇ ਉੱਤੇ ਆ ਰਹੀ ਹੈ ਔਰ ਇੱਕ ਵੱਡਾ ਖੁਸ਼ੀਆਂ ਦਾ ਤਿਉਹਾਰ ਹੈ ਔਰ ਲੋਕ ਜ਼ਰੂਰ ਦੇਖਣ। ਵੈਸੇ ਸਭ ਤੋਂ ਕਰੀਬ ਕਿਹੜੀ ਹੈ, ਦਿਲ ਦੇ ਕਰੀਬ ਕਿਹੜੀ ਫਿਲਮ ਹੈ? ਮੇਰੇ ਦਿਲ ਦੇ ਕਰੀਬ ਵੈਸੇ ਅਰਦਾਸ ਹੈ ਜੀ, ਬਹੁਤ ਜ਼ਿਆਦਾ ਹੈ ਨਾ, ਕਿਉਂਕਿ ਉਹ ਮੈਂ ਕੱਲੀ ਚੀਜ਼ ਉਹਦੀ ਉਸ ਤਰੀਕੇ ਨਾਲ ਬਣੀ ਸੀਗੀ, ਬਹੁਤ ਜ਼ਿਆਦਾ ਉਸ ਮਾਹੌਲ 'ਚ ਕੀਤੀ ਸੀ ਫਿਲਮ। ਬਟ ਹੁਣ ਮੈਂ ਚਾਹੁੰਦਾ ਕਿ ਇਸ ਫਿਲਮ ਨੂੰ ਜ਼ਰੂਰ ਦੇਖਣ ਜੀ, ਕਿਉਂਕਿ ਉਹ ਫਿਲਮ ਇਹ ਇਮੋਸ਼ਨਲ ਵੀ ਕਰਦੀ ਆ, ਤੁਹਾਨੂੰ ਕਰੈਕਟਰਾਂ ਦੇ ਨਾਲ ਜੋੜਦੀ ਆ। ਇਹ ਨਹੀਂ ਹੈ ਕਿ ਤੁਸੀਂ ਇੱਕ ਫਿਲਮ ਗਏ ਬਾਹਰ ਆ ਕੇ ਕਿਹਾ ਕਿ ਬਹੁਤ ਐਂਟਰਟੇਨ ਹੋਣੇ, ਹੱਸੇ, ਨਹੀਂ, ਤੁਸੀਂ ਉਹਨਾਂ ਦੇ ਨਾਲ ਜੁੜੋਗੇ, ਤੁਹਾਨੂੰ ਉਹਨਾਂ ਦੀ ਜਰਨੀ ਮਹਿਸੂਸ ਹੋਊਗੀ, ਤੁਹਾਨੂੰ ਲੱਗੂਗਾ ਕਿ ਤੁਸੀਂ ਸਾਡੇ ਨਾਲ ਹੀ ਇੰਗਲੈਂਡ ਗਏ ਸੀ ਤੇ ਇੰਗਲੈਂਡ ਘੁੰਮ ਕੇ ਨਾਲ ਹੀ ਮੁੜ ਕੇ ਆਏ। ਮੈਮ ਤੁਹਾਡੇ ਦਿਲ ਦੇ ਕਰੀਬ ਕਿਹੜੀ ਹੈ ਮੂਵੀ ਸਭ ਤੋਂ ਜ਼ਿਆਦਾ? ਬਹੁਤ ਔਖਾ ਸਵਾਲ ਹੈ, ਕਿਉਂਕਿ ਇਟਸ ਲਾਈਕ ਆਸਕਿੰਗ ਤੁਹਾਡਾ ਫੇਵਰਿਟ ਬੱਚਾ ਕੌਣ ਹੈ, ਯੂ نو। ਸੋ ਇਸ ਵਕਤ ਮੇਰੇ ਦਿਲ ਦੇ ਸਭ ਤੋਂ ਕਰੀਬ ਹੈ ਪਾਣੀ 'ਚ ਮਧਾਣੀ, ਮਾਈ ਫੇਵਰਿਟ ਫਿਲਮ, ਮਾਈ ਫੇਵਰਿਟ ਕੋ-ਸਟਾਰ, ਮਾਈ ਫੇਵਰਿਟ ਡਾਇਰੈਕਟਰ ਰਾਈਟ ਨਾਓ। ਬਾਕੀ ਕੋ-ਸਟਾਰਸ ਨਾਰਾਜ਼ ਹੋ ਜਾਣੇ। ਮੈਂ ਕਿਹਾ ਇਸ ਵਕਤ ਇਹਨਾਂ ਨੇ ਅਗਲੀ ਵਾਰੀ ਬਦਲ ਦੇਣਾ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਬਹੁਤ ਬਹੁਤ ਸ਼ੁਭਕਾਮਨਾਵਾਂ। ਅਸੀਂ ਉਮੀਦ ਕਰਦੇ ਹਾਂ ਕਿਉਂਕਿ ਜੋੜੀ ਇੱਦਾਂ ਦੀ ਕੰਪਲੀਟ ਪੈਕੇਜ ਜਿਹਨੂੰ ਆਪਾਂ ਕਹਿੰਦੇ ਹੋ, ਤੁਹਾਨੂੰ ਦੇਖ ਕੇ ਆਪਣੇ ਆਪ ਮੁਹਾਰੇ ਨਿਕਲ ਜਾਂਦਾ ਮੂੰਹ, ਤਾਂ ਸਾਨੂੰ ਪੂਰੀ ਉਮੀਦ ਹੈ ਕਿ ਹਿੱਟ, ਸੁਪਰ ਡੁਪਰ ਹਿੱਟ ਜਾਣੀ ਹੈ, ਤੇ ਇਹ ਵੀ ਉਮੀਦ ਹੈ ਕਿ ਇਸ ਪ੍ਰੋਜੈਕਟ ਤੋਂ ਬਾਅਦ ਇੱਕ ਹੋਰ ਜਿਹੜਾ ਪ੍ਰੋਜੈਕਟ ਆਉਣਾ ਉੱਥੇ ਤੁਹਾਨੂੰ ਅਸੀਂ ਦੁਬਾਰਾ ਦੇਖਾਂਗੇ। ਰੈਡੀ ਹੈ ਜੀ। ਬਿਲਕੁਲ ਜੀ। ਤਾਂ ਦੀਵਾਲੀ ਤੇ ਰਿਲੀਜ਼ ਹੋ ਰਹੀ ਹੈ ਉਸ ਜੋੜੀ ਦੀ ਫਿਲਮ, ਜਿਸ ਜੋੜੀ ਨੂੰ ਤੁਸੀਂ ਹਮੇਸ਼ਾ ਪਸੰਦ ਕੀਤਾ ਹੈ ਤੇ ਇਸ ਜੋੜੀ ਨੇ ਕਦੇ ਤੁਹਾਨੂੰ ਡਿਸਅਪੁਆਇੰਟ ਨਹੀਂ ਕੀਤਾ। ਉਮੀਦ ਹੈ ਇਸ ਵਾਰ ਵੀ ਤੁਸੀਂ ਦੀਵਾਲੀ ਤੇ ਜਦੋਂ ਇਹ ਗਿਫਟ ਲੈਣ ਜਾਓਗੇ, ਗਿਫਟ ਪਸੰਦ ਆਏਗਾ। ਕੈਮਰਾਮੈਨ ਕਮਲ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।